ਇਸ ਕਰਕੇ ਤੇ ਉਹ ਮੈਨੂੰ ਕਹਿੰਦੀ ਕਿ ਜਿਵੇਂ ਪਤਾ ਲੱਗ ਜਾਂਦਾ ਹੈ ਲੋਕਾਂ ਨੂੰ, ਤੇ ਜੇ ਕਿਸੇ ਨੂੰ ਪਤਾ ਲੱਗ ਜਾਂਦਾ ਹੈ ਕਿ ਇਹਦੀ ਮਾਂ ਨੂੰ ਕੈਂਸਰ ਹੈ ਤੇ ਉਹ ਤੁਹਾਡੇ ਘਰਾਂ ਦੇ ਵਿੱਚ ਰਿਸ਼ਤੇ ਜੋੜਨ ਤੋਂ ਵੀ ਪਰਹੇਜ਼ ਕਰਦੇ ਆ। ਬਿੱਟੂ ਸਫੀਨਾ ਸੰਧੂ ਕਮਾਲ ਦੀ ਸ਼ਾਇਰਾ ਹੈ, ਪਰ ਇਸ ਤੋਂ ਇਲਾਵਾ ਰਾਣੀ ਬ੍ਰੈਸਟ ਕੈਂਸਰ ਟਰਸਟ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਹੈ। ਕੁਝ ਸਾਲ ਪਹਿਲਾਂ ਉਹਨਾਂ ਨੇ ਆਪਣੀ ਭੈਣ ਨੂੰ ਛਾਤੀ ਦੇ ਕੈਂਸਰ ਕਰਕੇ ਗਵਾ ਲਿਆ। ਤਦੋਂ ਤੋਂ ਲੈ ਕੇ ਹੁਣ ਤੱਕ ਉਹ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰ ਰਹੇ ਨੇ ਤੇ ਇਹ ਸਾਰੇ ਦਾ ਸਾਰਾ ਦਰਦ ਉਹਨਾਂ ਦੀਆਂ ਰਚਨਾਵਾਂ 'ਚੋਂ ਵੀ ਸਾਫ਼ ਝਲਕਦਾ ਹੈ। ਫਿਲਹਾਲ ਅੱਜ ਦੀ ਗੁਫ਼ਤਗੂ ਛਾਤੀ ਦੇ ਕੈਂਸਰ ਦੇ ਸੰਬੰਧ ਵਿੱਚ ਹੈ। ਔਰਤਾਂ ਨੂੰ ਇਸ ਤੋਂ ਬਚਣ ਲਈ ਕਿਸ ਤਰ੍ਹਾਂ ਸਵੈ ਪੜਚੋਲ ਕਰਨੀ ਚਾਹੀਦੀ ਹੈ। ਬ੍ਰੈਸਟ ਕੈਂਸਰ ਕਾਮਨ ਕੈਂਸਰਸ ਵਿੱਚੋਂ ਇੱਕ ਹੈ। ਇਹ ਫੀਮੇਲਸ ਵਿੱਚ ਤਾਂ ਹੁੰਦਾ ਹੀ ਹੈ, ਪਰ ਕਿਸੇ ਕੇਸ ਦੇ ਵਿੱਚ ਇਹ ਬੰਦਿਆਂ ਦੇ ਵਿੱਚ ਵੀ, ਮਰਦਾਂ ਦੇ ਵਿੱਚ ਵੀ ਪਾਇਆ ਗਿਆ। ਸਭ ਤੋਂ ਕਾਮਨ ਕੈਂਸਰ ਜਿਹੜਾ ਹੈ ਔਰਤਾਂ ਦੇ ਵਿੱਚ, ਉਹ ਬ੍ਰੈਸਟ ਕੈਂਸਰ ਹੀ ਪਾਇਆ ਜਾਂਦਾ ਹੈ। ਆਪਾਂ ਇਕੱਲੇ ਇੰਡੀਆ ਦੀ ਗੱਲ ਕਰੀਏ ਤਾਂ 2023 'ਚ ਹੁਣ ਤੱਕ ਇਸ ਦੇ ਕਰੀਬਨ 23 ਲੱਖ ਜਿਹੜੇ ਕੇਸ ਨੇ ਉਹ ਡਿਟੈਕਟ ਹੋ ਚੁੱਕੇ ਨੇ। ਇਹ ਉਹ ਨੇ ਜਿਹੜੇ ਸਾਡੇ ਕੋਲ ਐਜ਼ ਅ ਡੇਟਾ ਜਿਹੜੇ ਨੇ ਉਹ ਮੌਜੂਦ ਨੇ। ਇਸ ਤੋਂ ਇਲਾਵਾ ਬੜੇ ਸਾਰੇ ਹੈ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਹੈ ਜਾਂ ਜਿਹੜੇ ਕਾਗਜ਼ਾਂ 'ਚ ਦਰਜ ਨਹੀਂ ਹੈ। ਬ੍ਰੈਸਟ ਕੈਂਸਰ ਇੱਕ ਇਸ ਤਰ੍ਹਾਂ ਦਾ ਆਪਣੇ ਆਪ 'ਚ ਟੌਪਿਕ ਹੈ ਜਿਹੜਾ ਬਿਮਾਰੀ ਤਾਂ ਹੈ ਹੀ ਹੈ। ਇਸ ਦੇ ਰਿਗਾਰਡਿੰਗ ਕੌਨਸ਼ੀਅਸਨੈਸ ਵੀ ਹੋਣੀ ਚਾਹੀਦੀ ਹੈ, ਅਵੇਅਰਨੈਸ ਵੀ ਹੋਣੀ ਚਾਹੀਦੀ ਹੈ, ਪਰ ਇਹ ਸਾਡੀਆਂ ਫੀਲਿੰਗਸ ਨਾਲ ਵੀ ਬਹੁਤ ਹੱਦ ਤੱਕ ਜੁੜਿਆ ਹੋਇਆ। ਤੁਹਾਡਾ ਕੀ ਖਿਆਲ ਹੈ ਬਿੱਟੂ ਸਫੀਨਾ ਸੰਧੂ ਮੈਮ? ਬਿਲਕੁਲ ਠੀਕ ਗੱਲ ਹੈ ਜੋ ਤੁਸੀਂ ਕਿਹਾ ਕਿ ਜਿਹੜਾ ਇੱਕ ਛਾਤੀ ਦਾ ਕੈਂਸਰ ਹੈ ਜਿਹੜਾ, ਇਹ ਸਿੰਸ ਔਰਤ ਦਾ ਇੱਕ ਬਹੁਤ ਅਹਿਮ ਅੰਗ ਹੈ ਜੀ। ਇਹ ਸਿਰਫ ਕੋਈ ਖੂਬਸੂਰਤੀ ਨੂੰ ਪ੍ਰਦਰਸ਼ਨ ਕਰਨ ਦਾ ਕੋਈ ਅੰਗ ਨਹੀਂ ਹੈ। ਇਹਦਾ ਇੱਕ ਬਹੁਤ ਵੱਡਾ ਇੱਕ ਰੋਲ ਹੈ। ਔਰਤ ਨੂੰ ਜਨਨੀ ਕਿਹਾ ਜਾਂਦਾ ਹੈ, ਮਾਂ ਦਾ ਦੁੱਧ ਪੀਣ ਵਾਸਤੇ ਇਹ ਚੀਜ਼ ਕਹੀ ਜਾਂਦੀ ਹੈ ਜੀ। ਸੋ ਇਸ ਵਾਸਤੇ ਸਿੰਸ ਇਹ ਇੱਕ ਬੜਾ ਪ੍ਰਾਈਵੇਟ ਹੈਗਾ ਔਰਤ ਵਾਸਤੇ, ਤੇ ਇਹਨੂੰ ਕਰਨ ਵਾਸਤੇ ਬਹੁਤ ਔਖਾ ਹੁੰਦਾ ਹੈ ਜੀ। ਔਰ ਬਿਲਕੁਲ ਤੁਸੀਂ ਠੀਕ ਕੀਤਾ ਕਿ ਇਹ ਜਿਹੜਾ ਸਾਡਾ ਛਾਤੀ ਦਾ ਕੈਂਸਰ ਹੈ ਉਹ 1% ਆਦਮੀਆਂ ਦੇ ਵਿੱਚ ਵੀ ਪਾਇਆ ਜਾਂਦਾ ਹੈ ਜੀ। ਔਰ ਵੈਸੇ ਵੀ ਮੈਨੂੰ ਕਈ ਵਾਰੀ ਇਸ ਚੀਜ਼ ਦੀ ਬਹੁਤ ਜ਼ਿਆਦਾ ਹੈਰਾਨਗੀ ਹੁੰਦੀ ਹੈ ਕਿ ਜਦੋਂ ਲੋਕ ਕਹਿ ਦਿੰਦੇ ਹੈ ਕਿ ਭਈ ਇਹ ਜਨਾਨੀਆਂ ਦੀ ਬਿਮਾਰੀ ਹੈ, ਇਹ ਔਰਤਾਂ ਦੀ ਬਿਮਾਰੀ ਹੈ। ਜੀ। ਕਿਸ ਤਰ੍ਹਾਂ ਹੋ ਸਕਦਾ ਹੈ? ਔਰਤ ਤੁਹਾਡੀ ਹੈ, ਬਿਲਕੁਲ। ਮਾਂ ਤੁਹਾਡੀ, ਭੈਣ ਤੁਹਾਡੀ, ਬੀਵੀ ਤੁਹਾਡੀ, ਪ੍ਰੇਮਿਕਾ ਤੁਹਾਡੀ, ਧੀ ਤੁਹਾਡੀ। ਜੀ। ਤੇ ਬਿਮਾਰੀ ਉਹਦੀ। ਬਿਲਕੁਲ। ਇਹ ਇਸ ਤਰ੍ਹਾਂ ਨਹੀਂ ਹੋ ਸਕਦਾ। ਜੀ। ਔਰ ਬਿਲਕੁਲ ਇਹ ਠੀਕ ਗੱਲ ਹੈ ਕਿ ਇਹ ਇੱਕ ਬਹੁਤ ਇਮੋਸ਼ਨਲ ਤੌਰ ਦੇ ਉੱਪਰ, ਜਜ਼ਬਾਤੀ ਤੌਰ ਦੇ ਉੱਤੇ ਇਹ ਇੱਕ ਬਹੁਤ ਹੀ ਅਹਿਮ ਮੁੱਦਾ ਹੈ ਜਿਸ ਨੂੰ ਬਹੁਤ ਸੰਵੇਦਨਾ ਦੇ ਨਾਲ ਗੱਲ ਕਰਨ ਦੀ ਔਰ ਇਸ ਚੀਜ਼ ਨੂੰ ਨਜਿੱਠਣ ਦੀ ਬਹੁਤ ਲੋੜ ਹੈ। ਜੀ। 16 ਸਾਲ ਹੋ ਗਏ ਤੁਹਾਨੂੰ ਇਸ ਦੇ ਨਾਲ ਵਾਬਸਤਾ ਹੋਇਆ। ਤੁਹਾਡੇ ਆਪ ਦੇ ਘਰ ਤੋਂ ਇਹ ਚੀਜ਼ ਚੱਲੀ ਜਿਹੜੀ ਤੁਹਾਡੇ ਅੰਦਰ ਇੱਕ ਚਿੰਗਾਰੀ ਬਣ ਗਈ। ਮੈਂ ਲੋਕਾਂ ਦੇ ਵਿੱਚ ਹੁਣ ਇਸ ਕਿਸਮ ਦਾ ਮੈਸੇਜ ਨੂੰ ਲੈ ਕੇ ਲੋਕਾਂ ਨੂੰ ਅਵੇਅਰ ਕਰਨਾ। ਹਜ਼ਾਰਾਂ ਹੀ ਕੇਸਿਸ ਤੁਸੀਂ ਦੇਖੇ ਹੈ। ਔਰਤਾਂ ਦੀਆਂ ਭਾਵਨਾਵਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ? ਇਸ ਤਰ੍ਹਾਂ ਵੀ ਹੁੰਦਾ ਹੋਏਗਾ ਵੀ ਕੁਛ ਔਰਤਾਂ ਤੁਹਾਡੇ ਨਾਲ ਜਦੋਂ ਪਰਸਨਲੀ ਗੱਲ ਕਰਦੀਆਂ ਫਿਰ ਉਹ ਜ਼ਿਆਦਾ ਫਰੀ ਵੀ ਹੋ ਜਾਂਦੀਆਂ ਹੋਣਗੀਆਂ ਯਕੀਨਨ, ਤਾਂ ਉਹ ਕਿਵੇਂ ਗੱਲ ਕਰਦੀਆਂ ਵੀ ਸਾਡੇ ਮਰਦ ਇਸ ਚੀਜ਼ ਨੂੰ ਕਿਵੇਂ ਲੈਂਦੇ ਨੇ ਜਾਂ ਸੁਸਾਇਟੀ ਇਸ ਚੀਜ਼ ਨੂੰ ਕਿਵੇਂ ਲਊਗੀ? ਦੇਖੋ, ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ, ਉਹ ਜਿਹੜੀ ਸਾਨੂੰ ਇੱਕ ਬਹੁਤ ਚੈਲੰਜ ਕਹਿ ਲਓ, ਸਾਡੇ ਵਾਸਤੇ ਇੱਕ ਬਹੁਤ ਚੈਲੰਜ ਹੁੰਦਾ ਹੈ, ਉਹ ਇਹ ਹੁੰਦਾ ਹੈਗਾ ਕਿ ਜਦੋਂ ਅਸੀਂ ਔਰਤਾਂ ਦੇ ਨਾਲ ਗੱਲ ਕਰਦੇ ਹਾਂ ਤੇ ਬਦਕਿਸਮਤੀ ਦੇ ਨਾਲ ਜਿਹੜੇ ਉਹਨਾਂ ਦੇ ਘਰ ਦੇ ਹੈ ਉਹ ਕਹਿੰਦੇ ਜੇ ਕੋਈ ਤਕਲੀਫ ਨਹੀਂ, ਕੋਈ ਦਰਦ ਨਹੀਂ, ਕੋਈ ਔਖਾ ਨਹੀਂ ਤੇ ਟੈਸਟ ਕਰਾਉਣਾ ਹੀ ਕਿਉਂ ਹੈ। ਉਹ ਇਸ ਚੀਜ਼ ਨੂੰ ਸਮਝ ਨਹੀਂ ਪਾ ਰਹੇ ਕਿ ਇਹ ਜਿਹੜਾ ਟੈਸਟ ਹੈ ਇਹ ਪ੍ਰੀਕਾਸ਼ਨ ਹੈ ਜੀ, ਪਰਹੇਜ਼ ਹੈ। ਇੱਕ ਇਸ ਨੂੰ ਮਤਲਬ ਜਿਵੇਂ ਕਹਿੰਦੇ ਹੈਗੇ ਆ ਕਿ ਬਈ ਇਲਾਜ ਨਾਲੋਂ ਪਰਹੇਜ਼ ਬਿਹਤਰ ਹੈ। ਸਾਨੂੰ ਇੱਕ ਕਿਉਂਕਿ ਕੈਂਸਰ ਵਾਸਤੇ ਹਾਲੇ ਕੋਈ ਵੈਕਸੀਨ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਹੈਗਾ ਕੋਈ ਹਾਲੇ ਤੱਕ ਕੋਈ ਸਿੱਟਾ ਨਿਕਲ ਕੇ ਨਹੀਂ ਆਇਆ ਜਿਸ ਨੂੰ ਕਰਨ ਦੇ ਨਾਲ ਅਸੀਂ ਇਸ ਚੀਜ਼ ਨੂੰ ਰੋਕ ਸਕੀਏ ਜੀ। ਤੇ ਇਹਦਾ ਇੱਕੋ ਇੱਕ ਤਰੀਕਾ ਹੈਗਾ ਕਿ ਉਹਨੂੰ ਵੇਲੇ ਸਿਰ ਜੇ ਉਹਦੀ ਜਾਂਚ ਹੋ ਜਾਏ, ਵੇਲੇ ਸਿਰ ਜੇ ਤੁਹਾਨੂੰ ਪਤਾ ਲੱਗ ਜਾਏ ਤੇ ਉਹਨੂੰ ਤੁਸੀਂ ਉਹਦਾ ਇਲਾਜ ਹੋ ਸਕਦਾ ਹੈ। ਲੇਕਿਨ ਜਦ ਤੱਕ ਅਸੀਂ ਉਹਦਾ ਟੈਸਟ ਨਹੀਂ ਕਰਾਉਂਦੇ ਇਹ ਇੱਕ ਬਹੁਤ ਵੱਡਾ ਮੁੱਦਾ ਬਣ ਜਾਂਦਾ ਹੈ।
ਟੈਸਟ ਕਰਾਉਣਾ ਮਤਲਬ ਟੈਸਟ ਔਖਾ ਨਹੀਂ ਹੈ ਜੀ, ਪਰ ਮੈਂਟਲੀ ਤੁਹਾਡਾ ਮਾਈਂਡਸੈਟ ਔਖਾ ਹੁੰਦਾ ਹੈ ਕਿਤੇ ਨਾ ਕਿਤੇ। ਔਰ ਸੱਚੀ ਮਤਲਬ ਇਹ ਜਾਇਜ਼ ਹੈ ਔਖਾ ਹੋਣਾ। ਜੇ ਮੈਂ ਕਹਾਂ ਕਿ ਮੈਂ ਟੈਸਟ ਲਈ ਜਾਣਾ ਹੈ ਤੇ ਜਦ ਤੱਕ ਰਿਪੋਰਟ ਹੱਥ 'ਚ ਨਹੀਂ ਆਉਂਦੀ ਬੰਦਾ ਬਹੁਤ ਔਖਾ ਗੁਜ਼ਰਦਾ ਹੈ। ਬਿਲਕੁਲ। ਤੁਹਾਨੂੰ ਬਿਲਕੁਲ ਆਪਣਿਆਂ ਦੀ ਪਿਆਰ ਦੀ ਕੰਸਰਨ ਦੀ ਇੱਕ ਜਿਹੜੀ ਮਤਲਬ ਬਹੁਤ ਕੁਝ ਜਿਹੜਾ ਹੁੰਦਾ ਹੈ ਉਹ ਦਿਮਾਗੀ ਖੇਡ ਹੈ ਜੀ, ਬਹੁਤ ਕੁਝ ਜਿਹੜਾ ਉਹ ਦਿਮਾਗੀ ਖੇਡ ਹੈ ਕਿ ਜਦੋਂ ਤੁਸੀਂ ਟੈਸਟ ਲਈ ਜਾਣਾ ਹੈ ਜੇਕਰ ਤੁਹਾਨੂੰ ਕੋਈ ਪਿਆਰ ਦੇ ਨਾਲ ਕਰਕੇ। ਹੁਣ ਮੈਨੂੰ ਇਸ ਚੀਜ਼ ਦਾ ਬਹੁਤ ਲੱਗਦਾ ਹੈ ਕਿ ਜਿਹੜੀ ਪਰਿਵਾਰ ਹੈ ਪਰਿਵਾਰ ਨੂੰ ਇਹਦੇ ਵਾਸਤੇ ਅੱਗੇ ਆਉਣਾ ਚਾਹੀਦਾ ਅਤੇ ਇਹ ਜਿਹੜੀਆਂ ਬਹੁਤ ਸਾਰੀਆਂ ਮਹਿਲਾਵਾਂ ਨੇ ਔਰਤਾਂ ਨੇ ਜਿਹੜੀਆਂ ਕਿ ਇਸ ਟੈਸਟ ਨੂੰ ਕਰਾਉਣ ਤੋਂ ਝਿਜਕਦੀਆਂ ਨੇ ਡਰਦੀਆਂ ਨੇ ਜੀ, ਉਹਨਾਂ ਨੂੰ ਕਨਵਿੰਸ ਕਰਨਾ ਉਹਨਾਂ ਨੂੰ ਰਾਜ਼ੀ ਕਰਨਾ ਇਸ ਚੀਜ਼ ਵਾਸਤੇ ਇਹ ਆਪਣੇ ਆਪ ਦੇ ਵਿੱਚ ਇੱਕ ਮੁੱਦਾ ਹੈ। ਜੀ, ਕਿਤੇ ਨਾ ਕਿਤੇ ਕਿਹਾ ਜਾਂਦਾ ਕਿ 35 ਤੋਂ 40 ਸਾਲ ਦੀਆਂ ਔਰਤਾਂ ਹਾਈ ਰਿਸਕ 'ਤੇ ਹੁੰਦੀਆਂ ਨੇ। ਜੇਕਰ ਵਿਆਹ ਲੇਟ ਹੋਇਆ ਹੈ ਉਹ ਵੀ ਮਸਲਾ ਹੋ ਸਕਦਾ ਹੈ, ਜਾਂ ਕੰਸੈਪਸ਼ਨ ਲੇਟ ਹੋਈ ਹੈ ਯਾਨੀ ਕਿ ਬੇਬੀ ਲੇਟ ਹੋਇਆ ਹੈ ਤੇ ਮਸਲਾ ਹੋ ਸਕਦਾ ਹੈ। ਮਸਲਾ ਇਹ ਵੀ ਹੈ ਕਿ ਅਜੋਕੇ ਯੁੱਗ ਦੀਆਂ ਔਰਤਾਂ ਜਿਹੜੀਆਂ ਬੱਚਿਆਂ ਨੂੰ ਦੁੱਧ ਪਿਲਾਉਣ ਤੋਂ ਪਰਹੇਜ਼ ਕਰਦੀਆਂ ਨੇ ਤਾਂ ਕਿਤੇ ਨਾ ਕਿਤੇ ਉਹ ਵੀ ਗੱਠਾਂ ਦੇ ਰੂਪ ਦੇ ਵਿੱਚ ਤੁਹਾਨੂੰ ਤੰਗ ਕਰ ਸਕਦਾ ਹੈ। ਇਹ ਤੱਥ ਮਿੱਥ ਕੀ ਨੇ? ਨਹੀਂ, ਇਹ ਤੱਥ ਮਿੱਥ ਨਹੀਂ ਗੇ। ਇਹਦੇ 'ਚ ਇਸ ਤਰ੍ਹਾਂ ਹੈਗਾ ਕਿ ਸਾਡੇ ਸਰੀਰ ਦੇ ਵਿੱਚ ਇੱਕ ਹਾਰਮੋਨ ਹੁੰਦਾ ਹੈ ਜੀ, ਜਿਹੜਾ ਕਿ ਔਰਤ ਨੂੰ ਬੱਚਾ ਪੈਦਾ ਕਰਨ ਵਾਸਤੇ ਜ਼ਰੂਰੀ ਹੈ। ਉਹ ਹਾਰਮੋਨ ਜੀ, ਤੁਹਾਨੂੰ ਅਗਰ ਉਹ ਨਾ ਹੋਏ ਹਾਰਮੋਨ ਤੇ ਤੁਹਾਡੇ ਵਾਸਤੇ ਕੰਸੈਪਸ਼ਨ ਕਰਨਾ ਔਰਤ ਨੂੰ ਮਾਂ ਬਣਨ ਵਾਸਤੇ ਇਹ ਇੱਕ ਚੈਲੰਜ ਹੈ। ਉਹ ਜ਼ਰੂਰੀ ਹੈ ਤੁਹਾਡੇ ਵਿੱਚ ਹੋਣਾ। ਔਰ ਉਹ ਜਿਹੜਾ ਤੁਹਾਡੇ ਅੰਦਰ ਹਾਰਮੋਨ ਹੈ ਜਦੋਂ ਇੱਕ ਔਰਤ ਬੱਚੇ ਨੂੰ ਦੁੱਧ ਪਿਆਉਂਦੀ ਹੈ ਤੇ ਉਹ ਹਾਰਮੋਨ ਤੁਹਾਡੇ ਸਰੀਰ ਦੇ ਵਿੱਚੋਂ ਰਿਲੀਜ਼ ਹੁੰਦਾ ਹੈ। ਜੀ, ਤੋ ਇਸ ਕਰਕੇ ਜਦੋਂ ਅਸੀਂ ਮਾਂ ਦਾ ਦੁੱਧ ਜਿਹੜਾ ਹੈਗਾ ਬੱਚਾ ਨਹੀਂ ਪੀਂਦਾ ਤੇ ਜਿਹੜਾ ਤੁਹਾਡਾ ਅੰਦਰ ਹਾਰਮੋਨ ਹੈ ਉਹ ਤੁਹਾਡੇ ਅੰਦਰ ਰਹਿ ਜਾਂਦਾ ਹੈ। ਬਿਲਕੁਲ। ਔਰ ਉਹ ਹਾਰਮੋਨ ਦੀ ਜ਼ਰੂਰਤ ਵੀ ਬਹੁਤ ਹੈ। ਔਰ ਜਿਹੜੀ ਤੁਸੀਂ ਕਿਹਾ ਕਿ ਬਈ ਕੰਸੈਪਸ਼ਨ ਵਾਸਤੇ ਬਸ ਉੱਥੇ ਹੀ ਗੱਲ ਆ ਗਈ ਨਾ ਕਿ ਜਦ ਤੱਕ ਹੁਣ ਬੱਚੇ ਨੂੰ ਦੁੱਧ ਤਾਂ ਇੱਕ ਔਰਤ ਉਹੀ ਪਿਆਏਗੀ ਨਾ ਜਿਹੜੀ ਮਾਂ ਹੈ। ਬਿਲਕੁਲ। ਔਰ ਜਦੋਂ ਉਹ ਮਾਂ ਨਹੀਂ ਬਣੇਗੀ ਤੇ ਫਿਰ ਉਹ ਬੱਚੇ ਨੂੰ ਦੁੱਧ ਕਿਸ ਤਰ੍ਹਾਂ ਪਿਲਾਏਗੀ? ਬਿਲਕੁਲ। ਔਰ ਜਦੋਂ ਫਿਰ ਜਿੰਨੀ ਲੇਟ ਤੁਹਾਡੀ ਮੈਰਿਜ ਹੁੰਦੀ ਹੈ ਉਨਾ ਲੇਟ ਸਭ ਕੁਝ ਹੋ ਜਾਂਦਾ ਹੈ। ਬਿਲਕੁਲ। ਉਹਦੇ ਵਿੱਚ ਫਿਰ ਇਹ ਆ ਜਾਂਦਾ ਹੈ। ਪਰ ਅਗੇਨ ਇਹ ਸਾਰੀਆਂ ਗੱਲਾਂ ਕਹਿਣ ਦੇ ਬਾਵਜੂਦ ਬਹੁਤ ਸਾਰੇ ਕੇਸ ਐਸੇ ਵੀ ਦੇਖੇ ਗਏ ਨੇ ਜਿਨ੍ਹਾਂ ਨੇ ਵਿਆਹ ਹੀ ਨਹੀਂ ਕਰਾਏ ਪਰ ਉਹਨਾਂ ਨੂੰ ਜ਼ਰੂਰੀ ਨਹੀਂ ਹੈ। ਇਹ ਇੱਕ ਫੈਕਟ ਹੈ ਜੀ, ਇਹ ਇੱਕ ਫੈਕਟ ਹੈ, ਤੱਥ ਹੈ, ਮਿਥ ਨਹੀਂ ਹੈ ਜੀ, ਕਿ ਤੁਹਾਨੂੰ ਇਹ ਕਰਨਾ ਚਾਹੀਦਾ ਹੈ। ਪਰ ਕਈ ਵਾਰੀ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਕਈ ਬੱਚਿਆਂ ਦੀਆਂ ਮਾਵਾਂ ਨੂੰ ਵੀ ਕੈਂਸਰ ਹੋ ਜਾਂਦਾ ਹੈ। ਇਹ ਉਹ ਗੱਲ ਹੈਗੀ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਤੇ ਬਾਹਰ ਜਾਂਦੇ ਹੋ ਔਰ ਤੁਸੀਂ ਬੜੀਆਂ ਸਾਰੀਆਂ ਪ੍ਰੀਕਾਸ਼ਨ ਲੈ ਲੈਂਦੇ ਹੋ, ਤੁਸੀਂ ਉਹ ਪ੍ਰੀਕਾਸ਼ਨਸ ਲੈ ਲੈਂਦੇ ਹੋ ਪਰ ਕਈ ਵਾਰੀ ਹਰ ਪ੍ਰੀਕਾਸ਼ਨ ਲੈਣ ਦੇ ਬਾਵਜੂਦ ਵੀ ਤੁਹਾਡਾ ਸੜਕ 'ਤੇ ਐਕਸੀਡੈਂਟ ਹੋ ਜਾਂਦਾ ਹੈ। ਜੀ, ਔਰ ਕਈ ਵਾਰੀ ਕੋਈ ਬੰਦਾ ਕੋਈ ਪ੍ਰੀਕਾਸ਼ਨ ਨਹੀਂ ਲੈਂਦਾ ਔਰ ਬਹੁਤ ਅਣਗਹਿਲੀ ਦੇ ਨਾਲ ਕਾਰ ਚਲਾ ਰਿਹਾ ਫਿਰ ਵੀ ਉਹਨੂੰ ਕੁਝ ਨਹੀਂ ਹੁੰਦਾ। ਉਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਮਾਲਕ ਦੇ ਹੱਥ ਦੇ ਵਿੱਚ ਨੇ ਜਿਨ੍ਹਾਂ ਦਾ ਤੁਹਾਡੇ ਮੇਰੇ ਕੋਲ ਕੋਈ ਜਵਾਬ ਨਹੀਂ ਹੈ। ਜੀ, ਤੁਹਾਡੀ ਸਿਸਟਰ ਇਸ ਚੀਜ਼ ਦਾ ਸ਼ਿਕਾਰ ਹੋਏ ਤੇ ਅਨਫੋਰਚੂਨੇਟਲੀ ਉਹ ਜਿੱਤ ਨਾ ਸਕੇ। ਮੈਂ ਚਾਹੁੰਦੀ ਹਾਂ ਕਿ ਉਸ ਸਮੇਂ ਨੂੰ ਯਾਦ ਕਰੀਏ, ਉਹਨਾਂ ਯਾਦਾਂ ਦੇ ਝਰੋਖਿਆਂ ਨੂੰ ਇੱਕ ਵਾਰ ਫਰੋਲੋ। ਕੋਈ ਐਸੀ ਯਾਦ, ਕੋਈ ਐਸੀ ਗੱਲ ਜਿਹੜੀ ਤੁਹਾਨੂੰ ਬਹੁਤ ਨੇੜਿਓਂ ਜਿਸਨੇ ਹਰਟ ਕੀਤਾ ਹੋਵੇ? ਹਾਂਜੀ, ਮੈਂ ਆਪਣੀ ਜਿਹੜੀ ਮੇਰੀ ਭੈਣ ਸੀ ਉਹ ਮੇਰੇ ਤੋਂ 14 ਸਾਲ ਵੱਡੇ ਸੀਗੇ ਤੇ ਮੇਰੇ ਭੈਣ ਨਾਲੋਂ ਜ਼ਿਆਦਾ ਮੇਰੀ ਮਾਂ ਵਰਗਾ ਉਹਨਾਂ ਦੇ ਨਾਲ ਰਿਸ਼ਤਾ ਸੀਗਾ ਔਰ ਮੈਂ ਉਹਨੂੰ ਬਹੁਤ ਤਕਲੀਫ 'ਚੋਂ ਗੁਜ਼ਰਦੇ ਦੇਖਿਆ। ਜੀ, ਬਹੁਤ ਪੇਨਫੁਲ ਸੀਗੀ ਔਰ ਉਸ ਵੇਲੇ ਜਿਹੜੇ ਮਤਲਬ ਵਕਤ ਸੀਗੇ ਅੱਜ ਤੋਂ ਮੇਰੀ ਸਿਸਟਰ ਨੂੰ ਗਿਆ ਵੀ 26-27 ਸਾਲ ਹੋ ਗਏ ਆ, ਜ਼ਿਆਦਾ ਹੀ ਹੋ ਗਏ ਆ, ਮੈਂ ਖਿਆਲ 30-32 ਸਾਲ ਹੋ ਗਏ ਆ ਜੀ। ਤੇ ਹੁਣ ਇਹ ਚੀਜ਼ਾਂ ਇਸ ਤਰ੍ਹਾਂ ਨੇ ਕਿ ਜਦੋਂ ਤੁਸੀਂ ਉਹ ਜ਼ਮਾਨਾ ਜਿਹੜਾ ਸੀਗਾ ਉਦੋਂ ਇੰਨੇ ਜ਼ਿਆਦਾ ਇਲਾਜ ਐਡਵਾਂਸ ਨਹੀਂ ਸੀਗੇ, ਉਦੋਂ ਇਹ ਸਭ ਇੰਨਾ ਸੌਖਾ ਨਹੀਂ ਸੀਗਾ। ਜੀ, ਹੁਣ ਤੇ ਬਹੁਤ ਕੁਝ ਬਦਲ ਗਿਆ, ਬੜੇ ਸਾਰੇ ਟੈਸਟ ਨੇ, ਬੜੇ ਸਾਰੇ ਕੀਮੋਥੈਰੇਪੀਜ਼ ਜਿਹੜੀਆਂ ਨੇ ਉਹ ਕੰਪੈਰੀਟਿਵਲੀ ਕਾਫੀ ਕੰਫਰਟੇਬਲ ਹੋ ਗਈਆਂ ਨੇ। ਪੇਨਫੁਲ ਹੈ, ਬਹੁਤ ਦਰਦ ਹੈ, ਮੈਂ ਮਤਲਬ ਇੱਥੇ ਬੈਠ ਕੇ ਕਹਿ ਦੇਣਾ ਕਿ ਉਹ ਬੜੀਆਂ ਕੰਫਰਟੇਬਲ ਹੋ ਗਈਆਂ। ਇਹ ਤੇ ਦੇਖੋ ਜਿਹੜਾ ਦੁੱਖ ਹੈ ਨਾ
ਇਹ ਤਾਂ ਜਿਹੜਾ ਬੰਦਾ ਇਹ ਸੰਤਾਪ ਹੰਡਾਉਂਦਾ ਹੈ ਉਹ ਦੱਸ ਸਕਦਾ ਹੈ। ਕਿਨਾਰੇ ਤੇ ਬੈਠ ਕੇ ਸਮੁੰਦਰ ਦੀ ਡੂੰਘਾਈ ਨਹੀਂ ਦੇਖੀ ਜਾਂਦੀ। ਬਿਲਕੁਲ। ਇਹ ਤੇ ਉਤਰਨਾ ਪੈਣਾ ਵਿੱਚ ਤਾਂ ਪਤਾ ਲੱਗਦਾ ਹੈ। ਸੋ ਮੈਂ ਆਪਣੀ ਸਿਸਟਰ ਨੂੰ ਬਹੁਤ ਤਕਲੀਫ ਚੋਂ ਗੁਜ਼ਰਦੇ ਦੇਖਿਆ ਔਰ ਤੁਹਾਡੇ ਸਰੀਰ ਨੂੰ ਉਹਦੇ ਮੈਂ ਸਰੀਰ ਨੂੰ ਹੌਲੀ ਹੌਲੀ ਕਰਕੇ ਖ਼ਤਮ ਹੁੰਦਿਆਂ ਦੇਖਿਆ। ਸੋ ਬਸ ਬਹੁਤ ਜ਼ਿਆਦਾ ਪੇਨਫੁਲ। ਔਰ ਮੇਰੇ ਜਿਹੜੇ ਸਿਸਟਰ ਸੀਗੇ ਉਹ ਬਹੁਤ ਹਿੰਮਤ ਵਾਲੀ ਔਰਤ ਸੀ। ਉਹ ਆਮ ਔਰਤਾਂ ਵਰਗੀ ਔਰਤ ਨਹੀਂ ਸੀ। ਬਹੁਤ ਜ਼ਿਆਦਾ ਖੁਦਦਾਰ, ਬਹੁਤ ਹਿੰਮਤ ਵਾਲੀ। ਔਰ ਤੁਸੀਂ ਮੰਨੋਗੇ ਨਹੀਂ, ਮਤਲਬ ਉਹਨੇ ਆਪਣੀ ਬਿਮਾਰੀ ਦਾ ਕਦੀ ਬਹੁਤ ਜ਼ਿਆਦਾ ਉਹ ਜ਼ਿਕਰ ਹੀ ਨਹੀਂ ਸੀ ਕਰਦੇ। ਸਾਨੂੰ ਤੇ ਪਰਿਵਾਰ ਨੂੰ ਪਤਾ ਹੀ ਸੀਗਾ, ਪਰ ਅਦਰਵਾਈਜ਼ ਉਹ ਪਬਲਿਕਲੀ ਕਿਤੇ ਆਪਣਾ ਜ਼ਿਕਰ ਨਹੀਂ ਸੀ ਕਰਦੇ ਔਰ ਆਪਣੇ ਆਪ ਨੂੰ ਬਹੁਤ ਖੂਬਸੂਰਤੀ ਦੇ ਨਾਲ ਉਹ ਆਪਣੇ ਆਪ ਨੂੰ ਲੈ ਕੇ ਚੱਲਦੇ ਸੀਗੇ। ਪਰ ਅਗੇਨ ਜਿਵੇਂ ਮੈਂ ਕਿਹਾ ਕਿ ਬਿਮਾਰੀ ਜਿੱਤ ਗਈ ਤੇ ਮੇਰੀ ਭੈਣ ਹਾਰ ਗਈ। ਜੀ, ਜਿਹੜਾ ਬ੍ਰੈਸਟ ਰਿਮੂਵਲ ਦਾ ਕਨਸੈਪਟ ਹੈ ਉਹ ਕਿਸ ਹੱਦ ਤੱਕ ਸਹੀ ਹੈ? ਜੇਕਰ ਇਸ ਤਰ੍ਹਾਂ ਸਾਨੂੰ ਕਰਨਾ ਵੀ ਪੈ ਜਾਂਦਾ ਤਾਂ ਇਹਨੂੰ ਅਸੀਂ ਦੂਸਰੇ ਤਰੀਕੇ ਨਾਲ ਕਿਉਂ ਦੇਖਦੇ ਹਾਂ? ਸੋਸਾਇਟੀ ਦੂਸਰੇ ਤਰੀਕੇ ਨਾਲ ਕਿਉਂ ਦੇਖਦੀ ਹੈ? ਇੱਕ ਔਰਤ ਜਿਹੜਾ ਆਪਣਾ ਅਹਿਮ ਪਾਰਟ ਜਿਹੜਾ ਹੈ ਜਾਂ ਕੋਈ ਵੀ ਪਾਰਟ ਹੈ, ਆਪਣਾ ਨੌਂ ਵੀ ਆਪਣੇ ਤੋਂ ਜੁਦਾ ਕਰਨਾ ਬਹੁਤ ਔਖਾ ਹੁੰਦਾ ਹੈ। ਸੋ ਇੱਕ ਔਰਤ ਵਾਸਤੇ ਤਾਂ ਕਿੰਨਾ ਪੇਨਫੁਲ ਹੁੰਦਾ ਹੋਵੇਗਾ ਦੋਨਾਂ ਤਰੀਕਿਆਂ ਦੇ ਨਾਲ, ਇਹ ਬਿਹਤਰ ਤਰੀਕੇ ਨਾਲ ਇੱਕ ਔਰਤ ਸਮਝ ਸਕਦੀ ਹੈ। ਸੋ ਜਦੋਂ ਮੈਂ ਫਿਰ ਤੋਂ ਉਹੀ ਸਵਾਲ ਕਰਾਂਗੀ, ਜਦੋਂ ਤੁਸੀਂ ਔਰਤਾਂ ਨੂੰ ਮਿਲਦੇ ਹੋ ਜਿਹੜੀਆਂ ਇਸ ਪੇਨ 'ਚੋਂ ਗੁਜ਼ਰ ਚੁੱਕੀਆਂ ਹੁੰਦੀਆਂ ਨੇ, ਕਿਸ ਤਰ੍ਹਾਂ ਦੀਆਂ ਫੀਲਿੰਗਸ ਉਹ ਤੁਹਾਡੇ ਨਾਲ ਆਪਣੀਆਂ ਸ਼ੇਅਰ ਕਰਦੀਆਂ? ਕੋਈ ਅਹਿਮ ਕਿੱਸਾ? ਬਹੁਤ ਜ਼ਿਆਦਾ ਮੈਨੂੰ ਸਭ ਤੋਂ ਜ਼ਿਆਦਾ ਯਾਦ ਆਉਂਦਾ ਹੈ ਕਿ ਇੱਕ ਵਾਰੀ ਮੈਂ ਪੀਜੀਆਈ ਦੇ ਵਿੱਚ ਸੀਗੀ ਤੇ ਇੱਕ ਸਿਮਲੇ ਤੋਂ ਔਰਤ ਆਈ ਹੋਈ ਸੀਗੀ ਤੇ ਉਹ ਮਤਲਬ ਗੱਲ ਕਰ ਰਹੀ ਸੀਗੀ ਆਪਣੀ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿ ਤੁਸੀਂ ਸ਼ਿਮਲੇ ਤੋਂ ਇੱਥੇ ਟੈਸਟ ਕਰਾਉਣ ਆਏ ਹੋ, ਮਤਲਬ ਉੱਥੇ ਕੋਈ ਹੈ ਨਹੀਂ ਹੈ? ਤੇ ਉਹਨੇ ਮੈਨੂੰ ਬੜੀ ਇੱਕ ਅਜੀਬ ਤਰ੍ਹਾਂ ਦਾ ਕਿੱਸਾ ਦੱਸਿਆ। ਉਹ ਕਹਿੰਦੀ ਕਿ ਜਦੋਂ ਮਤਲਬ ਇਹ ਦੇਖੋ, ਇਹ ਇੱਕ ਅਗੇਨ ਇਹ ਇੱਕ ਫੈਕਟ ਹੈ ਜੀ, ਕਿ ਜਿਵੇਂ ਮੇਰੀ ਸਿਸਟਰ ਨੂੰ ਹੋਇਆ ਜਾਂ ਕਿਸੇ ਦੇ ਮਦਰ ਨੂੰ ਹੋਇਆ ਜਾਂ ਕਿਸੇ ਦੀ ਨਾਨੀ ਨੂੰ ਹੋਇਆ ਜਾਂ ਕਿਸੇ ਦੀ ਮਾਸੀ ਨੂੰ ਹੋਇਆ, ਜੇ ਤੁਹਾਡੇ ਮਾਂ ਵਾਲੇ ਪਾਸਿਓਂ ਜੇ ਕਿਸੇ ਨੂੰ ਬ੍ਰੈਸਟ ਕੈਂਸਰ ਦਾ ਹੁੰਦਾ ਹੈ ਤਾਂ ਤੁਹਾਡੇ ਕੋਲ ਉਹ ਕੈਂਸਰ ਹੋਣ ਦੇ ਚਾਂਸਸ ਥੋੜ੍ਹੇ ਜਿਹੇ ਵੱਧ ਜਾਂਦੇ ਨੇ। ਬਿਲਕੁਲ। ਮੈਂ ਤੁਹਾਨੂੰ ਇਹ ਗੱਲ ਕਹੀ ਨਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਵਧਣ ਦੇ ਬਾਵਜੂਦ ਵੀ ਜਿਹਦੀ ਮਾਂ ਨੂੰ ਕੈਂਸਰ ਸੀ ਉਹਦੀ ਕੁੜੀ ਨੂੰ ਹੋਣਾ ਹੀ ਹੋਣਾ ਹੈ। ਬਿਲਕੁਲ ਐਸਾ ਨਹੀਂ ਹੈ। ਪਰ ਇਹ ਉਹੀ ਗੱਲ ਹੈਗੀ ਹੈ ਕਿ ਜਦੋਂ ਮਤਲਬ ਅਸੀਂ ਕਹਿੰਦੇ ਹਾਂ ਕਿ ਜੀ ਸਾਉਣ ਦਾ ਮਹੀਨਾ ਤੇ ਅਸੀਂ ਸੋਚਦੇ ਹਾਂ ਬਾਰਿਸ਼ਾਂ ਹੋਣਗੀਆਂ, ਪਰ ਕਈ ਵਾਰੀ ਸਾਉਣ ਸੁੱਕਾ ਲੱਗ ਜਾਂਦਾ ਜੀ, ਹੈ ਨਾ। ਸੋ ਇਸ ਕਰਕੇ ਤੇ ਉਹ ਮੈਨੂੰ ਕਹਿੰਦੀ ਕਿ ਜਿਵੇਂ ਪਤਾ ਲੱਗ ਜਾਂਦਾ ਹੈ ਲੋਕਾਂ ਨੂੰ, ਤੇ ਜੇ ਕਿਸੇ ਨੂੰ ਪਤਾ ਲੱਗ ਜਾਂਦਾ ਹੈ ਕਿ ਇਹਦੀ ਮਾਂ ਨੂੰ ਕੈਂਸਰ ਹੈ ਤੇ ਉਹ ਤੁਹਾਡੇ ਘਰਾਂ ਦੇ ਵਿੱਚ ਰਿਸ਼ਤੇ ਜੋੜਨ ਤੋਂ ਵੀ ਪਰਹੇਜ਼ ਕਰਦੇ ਆ ਕਿ ਇਹਦੀ ਮਾਂ ਨੂੰ ਸੀਗਾ ਤੇ ਹੁਣ ਇਹਦੀ ਕੁੜੀ ਨੂੰ ਵੀ ਹੋਊਗਾ ਜੀ। ਸੋ ਇਹ ਇੱਕ ਮੈਨੂੰ ਬਹੁਤ ਜ਼ਿਆਦਾ ਪੇਨਫੁਲ, ਬੜਾ ਤਕਲੀਫ ਹੋਈ ਇਹ ਸੁਣ ਕੇ ਕਿ ਇਹ ਤਾਂ ਬੜਾ ਮਤਲਬ ਮੁਸ਼ਕਿਲ ਹੈ। ਇਹ ਬੜਾ ਮੁਸ਼ਕਿਲ ਲੱਗਾ। ਔਰ ਫਿਰ ਬਹੁਤ ਸਾਰੀਆਂ ਜਿਹੜੀਆਂ ਲੇਡੀਜ਼ ਹੈ, ਜਦੋਂ ਦੇਖੋ ਜਿਹੜਾ ਡਾਕਟਰ ਹੈ, ਜਦੋਂ ਬ੍ਰੈਸਟ ਰਿਮੂਵਲ ਹੁੰਦਾ ਹੈ, ਬ੍ਰੈਸਟ ਰਿਮੂਵਲ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਕਿ ਜੇ ਲੋੜ ਹੋਵੇ, ਜੇ ਤੁਹਾਡਾ ਸਰੀਰ ਦਾ ਹੋਰ ਵੀ ਕੋਈ ਅੰਗ ਹੈ, ਜੇ ਤੁਹਾਡੇ ਪੈਰ ਦੇ ਵਿੱਚ, ਤੁਹਾਡੇ ਹੱਥ ਦੇ ਵਿੱਚ, ਤੁਹਾਡੀ ਬਾਂਹ ਦੇ ਵਿੱਚ ਕੋਈ ਐਸੀ ਬਿਮਾਰੀ ਲੱਗ ਜਾਂਦੀ ਹੈ ਜਿਹੜੀ ਕਿ ਤੁਹਾਡੇ ਲਈ ਜਾਨਲੇਵਾ ਹੋ ਜਾਂਦੀ ਹੈ, ਤੇ ਫਿਰ ਤੁਹਾਨੂੰ ਉਹ ਸਰੀਰ ਦਾ ਅੰਗ ਅਗੇਨ ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ। ਬਿਲਕੁਲ। ਇਹਨੂੰ ਮਤਲਬ ਇਹ ਅਕਹਿ ਤੇ ਅਸਹਿ ਦੁੱਖ ਹੈ। ਇਹਨੂੰ ਸਮਝਾ ਦੇਣਾ ਕੋਈ ਮਾਮੂਲੀ ਗੱਲ ਨਹੀਂ, ਪਰ ਜਿਹੜਾ ਬੰਦਾ ਇਸ ਦਰਦ ਚੋਂ ਗੁਜ਼ਰਦਾ ਹੈ ਇਹ ਸਿਰਫ ਉਹੀ ਦੱਸ ਸਕਦਾ ਹੈ। ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਪਰ ਅਗੇਨ ਅਗਰ ਤੁਹਾਡੀ ਜਾਨ ਨੂੰ ਖਤਰਾ ਹੈ ਕਿ ਤੁਹਾਡੀ ਜ਼ਿੰਦਗੀ ਕਿ ਤੁਹਾਡੀ ਛਾਤੀ, ਤੇ ਮੈਨੂੰ ਲੱਗਦਾ ਜ਼ਿੰਦਗੀ। ਬਿਲਕੁਲ। ਤੁਸੀਂ ਇੱਕ ਲਿਟਰੇਰੀ ਪਰਸਨ ਵੀ ਹੋ, ਤੁਹਾਡੀਆਂ ਕਿੰਨੀਆਂ ਕਿਤਾਬਾਂ ਮਾਰਕੀਟ 'ਚ ਆਈਆਂ। ਹੁਣ ਮੈਂ ਇੱਕ ਵੱਖਰੀ ਕਿਸਮ ਦਾ ਸਵਾਲ ਤੁਹਾਨੂੰ ਕਰਨ ਲੱਗੀ ਹਾਂ, ਉਹਨੂੰ ਰਿਲੇਟ ਇਸ ਚੀਜ਼ ਨਾਲ ਕਰ ਦਾਂਗੇ। ਹਿਊਮਨ ਰਿਲੇਸ਼ਨਸ 'ਤੇ ਤੁਹਾਡਾ ਕਾਫੀ ਕੰਮ ਹੈ, ਅਤੇ ਇੰਡੀਅਨ ਜਿਹੜਾ ਬਿਊਟੀ ਦਾ ਕਨਸੈਪਟ ਹੈ ਉਹਨੂੰ ਅਸੀਂ ਕਿਵੇਂ ਦੇਖਦੇ ਹਾਂ? ਜਦੋਂ ਅਸੀਂ ਖੁਜਰਾਓ ਦੀਆਂ ਪੇਂਟਿੰਗਸ ਦੇਖੀਏ, ਉਹਦੇ 'ਚ ਜਿਸ ਕਿਸਮ ਦੇ ਨਾਲ ਔਰਤਾਂ ਨੂੰ ਦਿਖਾਇਆ ਗਿਆ, ਮੈਨੂੰ ਲੱਗਦਾ ਵੀ ਸਾਡੇ ਨਾਲੋਂ ਕਿਤੇ ਜ਼ਿਆਦਾ ਖੁੱਲ੍ਹੀ ਸਾਈਕੀ ਦੇ ਉਹ ਲੋਕ ਸੀ। ਅਸੀਂ ਜਿਸ ਕਾਮਾ ਸੂਤਰਾਂ ਨੂੰ ਪੜ੍ਹਨ ਤੋਂ ਵੀ ਗੁਰੇਜ਼ ਕਰਦੇ ਹਾਂ, ਹਾਲਾਂਕਿ ਉਸ ਵਿੱਚ ਕੋਈ ਐਸੀ ਚੀਜ਼ ਨਹੀਂ ਹੈ। ਇਸ ਤੋਂ ਇਲਾਵਾ ਜਿਹੜੀਆਂ ਪੇਂਟਿੰਗਸ ਨੇ ਉਹਨਾਂ ਨੂੰ ਕਲਿੱਕ ਕਰਨ ਤੋਂ ਜਾਂ ਪੋਸਟ ਕਰਨ ਤੋਂ ਗੁਰੇਜ਼ ਕਰਦੇ ਹਾਂ, ਪਰ ਅਸੀਂ ਚੋਰੀ ਛੁਪੇ ਖੁਸ਼ਵੰਤ ਸਿੰਘ ਹੋਰਾਂ ਦੀਆਂ ਕਿਤਾਬਾਂ ਵੀ ਪੜ੍ਹ ਸਕਦੇ ਹਾਂ। ਪਰ ਅਸੀਂ
ਉਹਨਾਂ ਚੀਜ਼ਾਂ ਨੂੰ ਕਿੱਥੇ ਸਾਡੇ ਵਾਸਤੇ ਇੰਡੀਅਨ ਬਿਊਟੀ ਦਾ ਕਨਸੈਪਟ ਕੀ ਹੈ ਕਿ ਜਦੋਂ ਅਸੀਂ ਹੁਣ ਸੋਸ਼ਲ ਮੀਡੀਆ ਦੇ ਯੁੱਗ 'ਚ ਆ ਗਏ ਹਾਂ ਜਾਂ ਜਿਹੜਾ ਸਿਨੇਮੈਟਿਕ ਕਲਚਰ ਹੈ ਬਹੁਤ ਜ਼ਿਆਦਾ ਵੱਧ ਗਿਆ, ਜਿਹਨੇ ਸਾਨੂੰ ਜ਼ੀਰੋ ਫਿਗਰ ਵੱਲ ਨੂੰ ਵੀ ਮੂਵ ਕਰਨ ਨੂੰ ਪ੍ਰੇਰਿਤ ਕਰਤਾ, ਅਤੇ ਉਸੇ ਤਰ੍ਹਾਂ ਜਿਹੜੇ ਯੰਗ ਬੱਚੇ ਨੇ ਉਹ ਆਪਣੇ ਆਪ ਨੂੰ ਉੱਦਾਂ ਹੀ ਬਣਾਉਣਾ ਚਾਹੁੰਦੇ ਆ ਜਿਵੇਂ ਉਹ ਸਕਰੀਨ 'ਤੇ ਉਹਨਾਂ ਨੂੰ ਦੇਖਦੇ ਆ, ਹਾਲਾਂਕਿ ਉਸ ਪ੍ਰੋਫੈਸ਼ਨ ਦੇ ਵਿੱਚ ਔਰ ਆਮ ਜ਼ਿੰਦਗੀ ਦੇ ਵਿੱਚ ਬਹੁਤ ਫਰਕ ਹੁੰਦਾ ਹੈ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਇੰਡੀਅਨ ਕਲਚਰ ਦੇ ਵਿੱਚ ਜਿਹੜਾ ਕਨਸੈਪਟ ਸੀ ਵੀ ਉੱਥੇ ਹੈਲਦੀ ਔਰਤਾਂ, ਸੋਹਣੀਆਂ ਔਰਤਾਂ, ਖੂਬਸੂਰਤੀ ਦਾ ਇਹਨੂੰ ਇੱਕ ਕਾਰਕ ਮੰਨਿਆ ਜਾਂਦਾ ਸੀ, ਹੁਣ ਅਸੀਂ ਇਸ ਤੋਂ ਉਲਟ ਹੋ ਗਏ ਹਾਂ, ਅਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਇੱਕ ਅੰਗਰੇਜ਼ੀ ਦੀ ਬੜੀ ਅੱਛੀ ਕਹਾਵਤ ਹੈ ਕਿ ਬਿਊਟੀ ਲਾਈਜ਼ ਇਨ ਦ ਆਈਜ਼ ਆਫ ਅ ਬਿਹੋਲਡਰ। ਬਿਲਕੁਲ। ਇਹ ਜਿਹੜੀ ਖੂਬਸੂਰਤੀ ਹੈ ਇਹਦਾ ਨਾ ਕੋਈ ਅਸੀਂ ਮਿਆਰ ਨਹੀਂ ਕਰ ਸਕਦੇ ਕਿ ਗੋਰਾ ਰੰਗ ਜਿਹੜਾ ਹੈ ਉਹ ਖੂਬਸੂਰਤੀ ਦਾ ਹੈ ਜਾਂ ਹੈਲਦੀ ਜਿਹੜਾ ਹੈ ਉਹ ਖੂਬਸੂਰਤੀ ਦਾ ਹੈ। ਇਹ ਤੇ ਇਸ ਚੀਜ਼ ਤੇ ਮਨਸਰ ਕਰਦਾ ਹੈ ਕਿ ਦੇਖਣ ਵਾਲਾ ਕੌਣ ਹੈ ਜੀ, ਹੈ ਨਾ। ਉਹ ਕਹਿੰਦੇ ਆ ਕਿਸੇ ਨੂੰ ਮਾਂਵਾਦੀ ਤੇ ਕਿਸੇ ਨੂੰ ਮਾਸਵਾਦੀ, ਕਿਸੇ ਨੂੰ ਕੁਝ ਪਸੰਦ ਹੈ, ਕਿਸੇ ਨੂੰ ਕੁਝ ਪਸੰਦ ਹੈ। ਇਹ ਮੈਨੂੰ ਲੱਗਦਾ ਹੈ, ਮੈਨੂੰ ਤੇ ਹਰ ਉਹ ਔਰਤ ਖੂਬਸੂਰਤ, ਮੈਨੂੰ ਤਾਂ ਔਰਤ ਹੀ ਖੂਬਸੂਰਤ ਲੱਗਦੀ ਹੈ। ਬਿਲਕੁਲ। ਮੈਨੂੰ ਲੱਗਦਾ ਹੈ ਕਿ ਔਰਤ ਹੋਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਖੂਬਸੂਰਤੀ ਹੈ। ਔਰ ਫਿਰ ਜਿਹੜੀ ਹੈ ਜੋ ਔਰਤ ਸਹਿ ਸਕਦੀ ਹੈ, ਜੋ ਔਰਤ ਕਰ ਸਕਦੀ ਹੈ, ਔਰਤ ਉਹ ਕਹਿੰਦੇ ਹੱਡਾਂ 'ਚੋਂ ਹੱਡ ਲੰਘਾ ਕੇ ਤੇ ਇੱਕ ਬੱਚੇ ਨੂੰ ਜਨਮ ਦੇ ਸਕਦੀ ਹੈ, ਉਹ ਆਪਣੇ ਆਪ ਦੇ ਵਿੱਚ ਬਹੁਤ ਅਹਿਮੀਅਤ ਰੱਖਣ ਵਾਲੀ ਚੀਜ਼ ਹੈ। ਔਰ ਬਾਕੀ ਮੈਨੂੰ ਸੂਰਤ ਦੇ ਨਾਲ ਨਾਲ ਸੀਰਤ ਦੇ ਉੱਪਰ ਬਹੁਤ ਮੇਰਾ ਉਹ ਹੈਗਾ ਕਿ ਬਈ ਥੋੜ੍ਹਾ ਜਿਹਾ ਉਸ ਪਾਸੇ। ਅਤੇ ਇਸ ਗੱਲ ਨੂੰ ਇਹ ਕਹਿਣਾ ਕਿ ਖੂਬਸੂਰਤੀ ਦਾ ਕੋਈ ਤੁਸੀਂ ਇਸ ਤਰ੍ਹਾਂ ਕੋਈ ਸੈੱਟ ਮਿਆਰ ਨਹੀਂ ਰੱਖ ਸਕਦੇ ਬਿਲਕੁਲ ਕਿ ਆਹ ਖੂਬਸੂਰਤ ਹੈ। ਕਈ ਵਾਰੀ ਉਹ ਕਹਿੰਦੇ ਨਾ ਪੰਜਾਬੀ 'ਚ ਇੱਕ ਫੱਬਤ ਦੀ ਗੱਲ ਹੁੰਦੀ ਹੈ, ਕਈ ਲੋਕਾਂ ਦੇ ਫੀਚਰਸ ਉਨੇ ਨਾ ਵੀ ਖੂਬਸੂਰਤ ਹੋਣ ਪਰ ਉਹਨਾਂ ਦੀ ਫੱਬਤ ਇੰਨੀ ਸੋਹਣੀ ਹੁੰਦੀ ਹੈ ਕਿ ਦੇ ਲੁੱਕ ਵੈਰੀ ਅਟਰੈਕਟਿਵ। ਔਰ ਕਈ ਦੇ ਤੁਸੀਂ ਦੇਖੋ ਤੇ ਬੰਦਾ ਸੋਚਦਾ ਹੈਗਾ ਕਿ ਨੈਣ ਨਕਸ਼ ਵੀ ਤਿੱਖੇ ਹੈ, ਲੰਬੀ ਵੀ ਹੈ, ਪਤਲੀ ਵੀ ਹੈ, ਪਰ ਮਜ਼ਾ ਨਹੀਂ ਆ ਰਿਹਾ। ਸੋ ਇਹ ਸਾਰਾ ਕੁਝ ਜਿਹੜਾ ਨਾ ਤੁਹਾਡੇ ਅੰਦਰ ਵਾਲੀ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਖੂਬਸੂਰਤੀ ਕੀ ਲੱਗਦੀ ਹੈ। ਕੀ ਬਾਤ ਹੈ। ਤੁਸੀਂ ਪਿੰਡਾਂ ਦੇ ਵਿੱਚ ਹੁਣ ਜਿਵੇਂ ਅਵੇਅਰਨੈਸ ਪ੍ਰੋਗਰਾਮ ਚਲਾਉਂਦੇ ਹੋ, ਹਰ ਰੋਜ਼ ਕਿੰਨੇ ਹੀ ਲੋਕਾਂ ਨੂੰ ਮਿਲਦੇ ਹੋ, ਇਸ ਤਰ੍ਹਾਂ ਦੇ ਲੋਕ ਤੁਹਾਡੇ ਕੰਟੈਕਟ 'ਚ ਆਉਂਦੇ ਆ, ਹਾਲ ਹੀ ਵਿੱਚ ਤੁਸੀਂ ਹਾਈਜੀਨ ਪ੍ਰੋਗਰਾਮ ਵੀ ਚਲਾ ਰਹੇ ਹੋ, ਅਤੇ ਕੀ ਮਹਿਸੂਸ ਕਰਦੇ ਹੋ ਕਿਉਂਕਿ 16 ਸਾਲ ਦਾ ਲੰਬਾ ਅਰਸਾ ਹੋ ਗਿਆ ਹੁਣ ਲੋਕਾਂ ਦੀ, ਖਾਸ ਕਰ ਮੈਂ ਪੇਂਡੂ ਲੋਕਾਂ ਦੀ ਗੱਲ ਕਰਾਂ, ਇਸ ਮੁਤਾਲਿਕ ਅਵੇਅਰਨੈਸ ਕਿੰਨੀ ਕੁ ਆਈ ਹੈ ਕਿ ਉਹ ਖੁੱਲ੍ਹ ਕੇ ਗੱਲ ਕਰਨ ਲੱਗ ਗਏ ਨੇ, ਜਾਂ ਜਿਵੇਂ ਸੈਨੀਟਰੀ ਪੈਡਸ ਦੀ ਗੱਲ ਹੈ ਜਾਂ ਹਾਈਜੀਨ ਮੇਨਟੇਨ ਕਰਨ ਦੀ ਗੱਲ ਹੈ, ਬ੍ਰੈਸਟ ਕੈਂਸਰ ਵਰਗੀਆਂ ਚੀਜ਼ਾਂ ਨੇ, ਤੁਸੀਂ ਕਹਿੰਦੇ ਹੋ ਵੀ ਮੈਮੋਗ੍ਰਾਫੀ ਸਾਨੂੰ ਕਰਾਉਣੀ ਚਾਹੀਦੀ ਹੈ, ਕਿਵੇਂ ਰਿਸਪੌਂਸ ਦਿੰਦੇ ਨੇ ਪਹਿਲਾਂ ਔਰ ਹੁਣ ਦਾ ਜੇ ਆਪਾਂ ਗੱਲ ਕਰੀਏ? ਦੇਖੋ 16 ਸਾਲ ਮੈਨੂੰ ਹੋ ਗਏ ਜੀ। 16 ਸਾਲ ਆਪਣੀ ਇੱਕ ਬੜਾ ਬਿਊਟੀਫੁਲ 16 ਸਾਲ ਰੇਸ਼ਮਾ ਜਵਾਨ ਹੋ ਗਈ ਹੈ ਨਾ। ਸੋ ਉਹ ਵਾਲੀ ਗੱਲ ਹੈ ਕਿ 16 ਸਾਲ ਮੈਨੂੰ ਹੋ ਗਏ ਤੇ ਮੇਰੀ ਜਿਹੜੀ ਰਾਣੀ ਬ੍ਰੈਸਟ ਕੈਂਸਰ ਟਰਸਟ ਵੀ ਹੈ ਉਹ ਵੀ ਹੁਣ ਆਪਣੇ ਆਪ ਦੇ ਵਿੱਚ ਕਾਫੀ ਅਸੀਂ ਮਤਲਬ ਉਸ ਮਾਲਿਕ ਦੀ ਬੜੀ ਕਿਰਪਾ ਹੈ ਕਿ ਉਹਨੇ ਸਾਨੂੰ ਅੱਛੇ ਲੋਕ ਸਾਡੇ ਨਾਲ ਜੁੜੇ, ਚੰਗੇ ਆਰਟਿਸਟ ਸਾਡੇ ਨਾਲ ਜੁੜੇ, ਚੰਗੇ ਲੋਕ ਸਾਡੇ ਨਾਲ ਜੁੜੇ ਤੇ ਅਸੀਂ ਉਹਦੇ ਨਾਲ ਕੰਮ ਕੀਤਾ। ਬਾਕੀ ਜਿਹੜਾ ਫਰਕ ਹੈ, ਫਰਕ ਆਇਆ ਹੈ, ਤਬਦੀਲੀ ਹੈ, ਪਰ ਹਾਲੇ ਵੀ ਬਹੁਤ ਜ਼ਿਆਦਾ ਤਬਦੀਲੀ ਦੀ ਲੋੜ ਹੈ। ਮਤਲਬ ਤੁਸੀਂ ਮੰਨ ਸਕਦੇ ਹੋ ਕਿ ਜਿਵੇਂ ਤੁਸੀਂ ਵੂਮਨ ਹਾਈਜੀਨ 'ਤੇ ਗੱਲ ਕੀਤੀ, ਆਪਣੇ ਆਪ ਨੂੰ ਕਿੰਨਾ ਅਜੀਬ ਲੱਗਦਾ ਹੈ ਵੀ ਹਾਲੇ ਵੀ ਲੋਕ ਜਿਹੜੇ ਆ ਉਹ ਕੱਪੜੇ ਦੀ ਵਰਤੋਂ ਕਰੀ ਜਾ ਰਹੇ ਆ, ਸੈਨੀਟਰੀ ਪੈਡ ਨਹੀਂ ਯੂਜ਼ ਕਰ ਰਹੇ। ਬਿਲਕੁਲ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਅਜੀਬ ਗੱਲ ਹੈ। ਉਹਨਾਂ ਨੂੰ ਜਾ ਕੇ ਅਸੀਂ ਇਸ ਬਾਰੇ ਦਿੰਦੇ ਹਾਂ, ਪਰ ਉਹਦੇ 'ਚ ਦੋ ਗੱਲਾਂ ਆ ਜਾਂਦੀਆਂ ਨੇ। ਇੱਕ ਤੇ ਕਿ ਉਹਨਾਂ ਨੂੰ ਅਵੇਅਰਨੈਸ ਘੱਟ ਹੈ, ਔਰ ਦੂਸਰੀ ਗੱਲ ਇਹ ਹੈ ਵੀ ਹੁਣ ਇੱਕ ਪਰਿਵਾਰ ਦੇ ਵਿੱਚ ਜਿਵੇਂ ਇੱਕ ਮਾਂ ਹੈ, ਇੱਕ ਨੂੰਹ ਹੈ, ਦੋ ਕੁੜੀਆਂ ਹੈ, ਉਹ 4 ਜਣੇ ਆ, ਉਹ ਕਹਿੰਦੇ ਮੈਡਮ ਸਾਨੂੰ ਵਾਰਾ ਹੀ ਨਹੀਂ ਖਾਂਦਾ ਕਿ ਅਸੀਂ ਮਤਲਬ 300-400 ਰੁਪਏ ਦਾ ਜਾਂ 250-300 ਰੁਪਏ ਦਾ ਖਰਚਾ ਹਰ ਮਹੀਨੇ ਇਹਨਾਂ ਚੀਜ਼ਾਂ ਵਾਸਤੇ ਕਰੀਏ। ਸਰਕਾਰ ਇਸ ਬਾਰੇ ਬਹੁਤ ਕੰਮ ਕਰ ਰਹੀ ਹੈ, ਸਭ ਕੁਝ ਕਰ ਰਹੀ ਹੈ, ਪਰ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਸਰਕਾਰ ਨੇ ਤੁਹਾਨੂੰ ਇੱਕ ਪੈਕੇਟ ਦੇ ਦਿੱਤਾ, ਫਿਰ ਬਾਅਦ 'ਚ ਬਿਲਕੁਲ ਉਹਦਾ ਕੰਮ ਕਰਨਾ, ਫਿਰ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਇਹ ਅਵੇਅਰਨੈਸ ਹੋਣੀ, ਜਾਗਰੂਕਤਾ ਹੋਣੀ, ਤੁਸੀਂ ਇਹਨੂੰ ਤਰਜੀਹ ਦੇਣ ਦੀ ਵੀ ਗੱਲ ਹੈ। ਬਾਕੀ ਜਿਹੜੀ ਅਵੇਅਰਨੈਸ ਹੈ ਨਾ, ਉਹ ਕਹਿੰਦੇ ਅਵੇਅਰਨੈਸ ਹੋਣਾ ਇੱਕ ਚੀਜ਼ ਹੈ, ਉਹਨੂੰ ਤਰਜੀਹ ਦੇ ਕੇ ਉਹਨੂੰ ਅਮਲੀ ਜਾਮਾ ਪਹਿਨਾਣਾ ਉਹ ਇੱਕ ਅਲੱਗ ਚੀਜ਼ ਹੈ। ਠੀਕ ਹੈ ਨਾ। ਜੇ ਰੋਟੀ ਪੱਕੀ ਹੈ ਤੁਹਾਡੀ
ਤੇ ਤੁਹਾਡੇ ਕੋਲ ਪਈ ਹੈ ਤੇ ਉਹਦਾ ਜਿਹੜੀ ਤੁਹਾਨੂੰ ਤਾਕਤ ਹੈ ਉਹ ਤਾਂ ਮਿਲਣੀ ਹੈ ਜਦੋਂ ਤੁਸੀਂ ਉਹਨੂੰ ਖਾਣਾ ਹੈ। ਡੱਬੇ 'ਚ ਪਈ ਰੋਟੀ ਨੇ ਤੁਹਾਨੂੰ ਕੋਈ ਤਾਕਤ ਨਹੀਂ ਦੇਣੀ। ਤੇ ਇਸ ਕਰਕੇ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਹਾਂ, ਬਹੁਤ ਸਾਰੇ ਲੋਕੀ ਨਹੀਂ ਤਿਆਰ ਹੁੰਦੇ ਕਰਾਉਣ ਵਾਸਤੇ ਮੈਮੋਗ੍ਰਾਫੀ। ਜੀ ਔਖਾ ਲੱਗਦਾ ਹੈ, ਬੜਾ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਕਈ ਹੋ ਜਾਂਦੇ ਆ, ਕਈ ਨਹੀਂ ਹੁੰਦੇ। ਜੀ ਤੇ ਜਿਹੜਾ ਇਹ ਸਾਡਾ ਕੰਮ ਹੋ ਰਿਹਾ ਹੈ ਵਿਮਨ ਹਾਈਜੀਨ ਦੇ ਉੱਪਰ, ਇਹ ਸਾਡੇ ਇੱਕ ਬਹੁਤ ਅੱਛੇ ਪ੍ਰੀਤਿਕਾ ਇੰਡਸਟਰੀਜ਼ ਕਰਕੇ ਹੈਗੇ ਹੈ ਨਿੱਬਰ ਸਾਹਿਬ, ਉਹ ਇਸ ਦੇ ਵਿੱਚ ਸਾਡੇ ਨਾਲ ਬਹੁਤ ਜੁੜੇ ਹੋਏ ਨੇ। ਉਹ ਸਾਨੂੰ ਟੋਟਲ ਮਤਲਬ ਜਿਵੇਂ ਹੈ ਅਸੀਂ, ਉਹ ਸਾਡਾ ਤੇ ਉਹਨਾਂ ਦਾ ਇੱਕ ਸਾਂਝਾ ਵੈਂਚਰ ਹੈ ਬਿਲਕੁਲ। ਜਿਹਦੇ ਉੱਪਰ ਅਸੀਂ ਵੂਮਨ ਹਾਈਜੀਨ ਦੇ ਉੱਪਰ ਅਸੀਂ ਕੰਮ ਕਰ ਰਹੇ ਹਾਂ। ਬ੍ਰੈਸਟ ਜਿਹੜੇ ਨੇ ਉਹ ਫੈਟੀ ਫਾਈਬਰਸ ਦੇ ਬਣੇ ਹੁੰਦੇ ਆ ਤੇ ਇਸ ਕਰਕੇ ਇੱਥੇ ਕਿਸੇ ਵੀ ਕਿਸਮ ਦਾ ਗੱਠ ਜਾਂ ਕਲੌਟ ਹੈ ਜਿਹੜਾ ਉਹਨੂੰ ਜਲਦੀ ਡਿਟੈਕਟ ਕਰ ਪਾਉਣਾ, ਸਮਝ ਪਾਉਣਾ ਕਿਤੇ ਔਖਾ ਹੁੰਦਾ ਹੈ ਜ਼ਿਆਦਾ ਬਾਕੀ ਬਾਡੀ ਦੇ ਮੁਤਾਬਿਕ। ਸੋ ਇੱਥੇ ਇਸ ਕਰਕੇ ਮੈਨੂੰ ਲੱਗਦਾ ਵੀ ਤਾਂ ਹੀ ਸੁਜੈਸਟ ਕੀਤਾ ਜਾਂਦਾ ਵੀ ਇਹ ਜਿਹੜੀ ਏਜ ਹੈ, ਜਿਹੜੀ ਜਿਹਨੂੰ ਆਪਾਂ ਹਾਈ ਰਿਸਕ ਤੇ ਕਹਿੰਦੇ ਆ ਵੀ ਏਜ ਹੁੰਦੀ ਹੈ, ਵੀ ਉਦੋਂ ਸਾਨੂੰ ਧਿਆਨ ਰੱਖਣ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਕੀ ਕਹੋਗੇ? ਦੇਖੋ, ਮੈਂ ਸੈਲਫ ਐਗਜ਼ਾਮੀਨੇਸ਼ਨ ਦੇ ਉੱਪਰ ਜੀ ਬਹੁਤ, ਮੈਂ ਆਪਣੇ ਜ਼ਾਤੀ ਤੌਰ ਤੇ ਦੇਖੋ ਕਈ ਵਾਰੀ WHO ਜਿਹੜੇ ਹੈਗੇ ਆ ਉਹ ਅਲੱਗ-ਅਲੱਗ ਸਮੇਂ ਤੇ ਉਹ ਆਪਣੀਆਂ ਅਲੱਗ-ਅਲੱਗ ਚੀਜ਼ਾਂ, ਅਲੱਗ-ਅਲੱਗ ਡਾਇਰੈਕਸ਼ਨਸ ਦਿੰਦੇ ਰਹਿੰਦੇ ਨੇ। ਪਰ ਮੈਨੂੰ ਲੱਗਦਾ ਹੈ ਹਰ ਔਰਤ ਜੇਕਰ ਮਹੀਨੇ ਦੇ ਵਿੱਚ ਆਪਣੇ ਵਾਸਤੇ 10-15 ਮਿੰਟ ਕੱਢ ਕੇ ਔਰ ਜੇ ਉਹ ਆਪਣਾ ਸਵੈ ਜਾਂਚ ਜਿਹਨੂੰ ਅਸੀਂ ਕਰਦੇ ਹਾਂ ਕਿ ਉਹ ਕਰ ਲੈਣ, ਤੇ ਮੈਨੂੰ ਲੱਗਦਾ ਹੈ ਕਿ ਅਸੀਂ ਕਾਫੀ ਹੱਦ ਤੱਕ ਆਪਣੇ ਆਪ ਨੂੰ ਮਦਦ ਕਰ ਸਕਦੇ ਹਾਂ। ਹਜ਼ਾਰਾਂ ਕੇਸਿਸ ਵਿੱਚ ਤੁਸੀਂ ਕੀ ਦੇਖਿਆ ਕਿ ਕਈ ਵਾਰ ਜਦੋਂ ਸੈਲਫ ਐਗਜ਼ਾਮੀਨੇਸ਼ਨ ਵੀ ਹੁੰਦੀ ਹੈ ਤਾਂ ਐਦਾਂ ਵੀ ਹੋ ਸਕਦਾ ਵੀ ਪਤਾ ਨਹੀਂ ਲੱਗਦਾ ਉਹਨਾਂ ਨੂੰ, ਕਈਆਂ ਨੂੰ ਪਤਾ ਨਹੀਂ ਵੀ ਲੱਗਦਾ, ਕਈਆਂ ਨੂੰ ਲੱਗਾ ਵੀ ਹੈ। ਮੈਂ ਐਸੇ ਲੋਕਾਂ ਨੂੰ ਵੀ ਮਿਲੀ ਹਾਂ ਜਿਨ੍ਹਾਂ ਨੂੰ ਪਹਿਲੀ ਜਿਹੜੀ ਨੌਲੇਜ ਸੀਗੀ ਉਹ ਸਵੈ ਜਾਂਚ ਤੋਂ ਮਿਲੀ। ਉਹਨਾਂ ਨੂੰ ਆਪਣੇ ਆਪ ਜਦੋਂ ਉਹਨਾਂ ਨੇ ਕੀਤਾ, ਉਹਨਾਂ ਨੂੰ ਗਿਲਟੀ ਦਾ ਅਹਿਸਾਸ ਹੋਇਆ, ਫਿਰ ਉਹ ਗਏ, ਫਿਰ ਉਹਨਾਂ ਨੇ ਦਿਖਾਇਆ ਕਰਨ ਵਾਸਤੇ। ਤੇ ਮੋਸਟ ਪ੍ਰੋਬਬਲੀ ਜ਼ਿਆਦਾਤਰ ਕੇਸਿਸ ਵਿੱਚ ਤੁਸੀਂ ਕੀ ਦੇਖਿਆ ਹੈ ਕਿ ਕਿਹੜੀ ਸਟੇਜ ਤੱਕ ਉਹ ਪਹੁੰਚ ਚੁੱਕਿਆ ਹੁੰਦਾ? ਜ਼ਿਆਦਾਤਰ ਆਪਾਂ ਗੱਲ ਕਰੀਏ ਹਿੰਦੁਸਤਾਨ ਦੇ ਵਿੱਚ ਕਾਫੀ ਲੇਟ ਹੋ ਜਾਂਦਾ ਹੈ। ਕਿ ਅਸੀਂ ਕਾਫੀ ਦੇਰ ਕਰ ਦਿੰਦੇ ਹਾਂ ਇਸ ਚੀਜ਼ ਨੂੰ ਸਮਝਣ ਵਾਸਤੇ, ਇਸ ਚੀਜ਼ ਨੂੰ ਸਮਝਣ ਵਾਸਤੇ ਔਰ ਡਾਕਟਰ ਨੂੰ ਦਿਖਾਉਣ ਵਾਸਤੇ ਔਰ ਕਰਨ ਵਾਸਤੇ। ਹਾਂਜੀ ਜੀ। ਔਰ ਜਾਂਦੇ ਤੁਹਾਡਾ ਸੁਨੇਹਾ ਕੀ ਹੋਏਗਾ ਔਰਤਾਂ ਵਾਸਤੇ, ਬੱਚੀਆਂ ਵਾਸਤੇ, ਉਹਨਾਂ ਲੋਕਾਂ ਵਾਸਤੇ ਜੋ ਸਫ਼ਰ ਕਰ ਰਹੇ ਨੇ? ਦੇਖੋ, ਮੇਰਾ ਉਹਨਾਂ ਵਾਸਤੇ ਇੱਕੋ ਹੀ ਸੁਨੇਹਾ ਹੈ ਕਿ ਤੁਸੀਂ ਆਪਣੇ ਆਪ ਨੂੰ ਤਰਜੀਹ ਦੇਣੀ ਸਿੱਖੋ। ਅਸੀਂ ਹਮੇਸ਼ਾ ਖਾਣ ਦੇ ਵਿੱਚ, ਪਾਣ ਦੇ ਵਿੱਚ, ਸੌਣ ਦੇ ਵਿੱਚ, ਹਰ ਚੀਜ਼ ਵਾਸਤੇ ਅਸੀਂ ਆਪਣੇ ਪਰਿਵਾਰ ਨੂੰ ਅੱਗੇ ਕਰ ਦਿੰਦੇ ਹਾਂ ਕਿ ਮੇਰੇ ਹਸਬੈਂਡ ਨੂੰ ਮਿਲ ਜਾਏ ਚੀਜ਼, ਬੱਚਿਆਂ ਨੂੰ ਚੀਜ਼ ਮਿਲ ਜਾਏ, ਮੈਂ ਇੱਦਾਂ ਹੀ ਗੁਜ਼ਾਰਾ ਕਰ ਲਾਂਗੀ। ਪਰ ਮੇਰਾ ਸਾਰੀਆਂ ਔਰਤਾਂ ਨੂੰ, ਭੈਣਾਂ ਨੂੰ ਇਹ ਸੁਨੇਹਾ ਹੈ ਕਿ ਉਹ ਆਪਣਾ ਧਿਆਨ ਵੀ ਰੱਖਣ, ਕਿਉਂਕਿ ਜਦੋਂ ਤੁਸੀਂ ਆਪਣਾ ਧਿਆਨ ਰੱਖੋਗੇ ਤਾਂ ਤੁਸੀਂ ਆਪਣੇ ਪਰਿਵਾਰ ਦਾ ਔਰ ਆਪਣੇ ਬੱਚਿਆਂ ਦਾ ਔਰ ਆਪਣੇ ਸਮਾਜ ਦਾ ਔਰ ਉਹਦਾ ਖਿਆਲ ਤੁਸੀਂ ਤਾਂ ਹੀ ਰੱਖ ਸਕਦੇ ਹੋ। ਤੁਸੀਂ ਆਪਣਾ ਵੀ ਬਹੁਤ ਖਿਆਲ ਰੱਖੋ। ਤੁਸੀਂ ਸਮਾਜ ਲਈ, ਪਰਿਵਾਰ ਲਈ ਇੱਕ ਅਹਿਮ ਅੰਗ ਹੋ। ਆਪਣੇ ਆਪ ਨੂੰ ਇੱਦਾਂ ਨਾ ਸੋਚੋ ਕਿ ਤੁਹਾਡਾ ਕੋਈ ਜ਼ਰੂਰੀ ਨਹੀਂ ਹੈ। ਤੁਹਾਡਾ ਵੀ ਉਨਾ ਹੀ ਜ਼ਰੂਰੀ ਹੈ ਖਾਣਾ, ਪੀਣਾ, ਰਹਿਣਾ, ਸਹਿਣਾ, ਡਾਕਟਰਾਂ ਕੋਲੋਂ ਜਾਂਚ ਕਰਵਾਉਣੀ, ਜਿੰਨਾ ਕਿਸੇ ਵੀ ਪਰਿਵਾਰ ਦੇ ਹੋਰ ਸ਼ਖਸ ਦਾ ਜ਼ਰੂਰੀ। ਬਹੁਤ ਧੰਨਵਾਦ, ਤੁਸੀਂ ਸਾਡੇ ਲਈ ਟਾਈਮ ਕੱਢਿਆ ਔਰ ਇਸ ਚੀਜ਼ 'ਤੇ ਗੱਲ ਕੀਤੀ, ਖੁੱਲ੍ਹ ਕੇ ਗੱਲ ਕੀਤੀ। ਮੈਂ ਉਮੀਦ ਕਰਦੀ ਹਾਂ ਕਿ ਇਹ ਗੱਲਾਂ ਅੱਜ ਦੀਆਂ ਤੁਹਾਡੇ ਵਾਸਤੇ ਵੀ ਲਾਹੇਵੰਦ ਰਹੀਆਂ ਹੋਣਗੀਆਂ, ਕਿਉਂਕਿ ਸਾਨੂੰ ਜ਼ਿੰਦਗੀ ਇੱਕ ਵਾਰੀ ਮਿਲੀ ਹੈ, ਇਸ ਤੋਂ ਬਾਅਦ ਸਾਨੂੰ ਨਹੀਂ ਪਤਾ ਅਸੀਂ ਕਿੱਥੇ ਜਾਣਾ ਹੈ ਔਰ ਸਾਡੀ ਵੈਲਿਡਿਟੀ ਵੀ ਇੰਨੀ ਹੈ ਵੀ ਸਾਡੇ ਜਾਣ ਤੋਂ ਬਾਅਦ ਹੋਰ 10-12 ਸਾਲ ਬਾਅਦ ਵੀ ਕੋਈ ਬਹੁਤ ਹੀ ਵੱਡਾ ਆਰਟਿਸਟ ਹੈ ਉਹਨੂੰ ਵੀ ਲੋਕੀ ਭੁੱਲਣ ਲੱਗ ਜਾਂਦੇ ਆ। ਸੋ ਸਾਡੀ ਔਕਾਤ ਇਸ ਬ੍ਰਹਿਮੰਡ ਵਿੱਚ ਕੁਝ ਬਹੁਤ ਜ਼ਿਆਦਾ ਨਹੀਂ ਹੈ, ਆਪਾਂ ਇੱਕ ਕਿਣਕਾ ਮਾਤਰ ਹੀ ਹਾਂ। ਸੋ ਜਿਹੜੀ ਇੱਕ ਜ਼ਿੰਦਗੀ ਸਾਨੂੰ ਇਹ ਮਿਲੀ ਹੈ, ਇਹਨੂੰ ਚੰਗੀ ਤਰ੍ਹਾਂ ਜੀਵੀਏ, ਆਪ ਖੁਸ਼ ਰਹੀਏ, ਆਪਣੇ ਆਲੇ ਦੁਆਲੇ ਨੂੰ ਖੁਸ਼ਹਾਲ ਰੱਖੀਏ ਔਰ ਆਪਣੀ ਸਿਹਤ ਦਾ ਖਿਆਲ ਜ਼ਰੂਰ ਰੱਖੀਏ। ਉਮੀਦ ਕਰਦੀ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਗੁਰਨੀਤ ਨੂੰ ਦਿਓ ਇਜਾਜ਼ਤ, ਦਾਨਵੀਰ ਤੁਸੀਂ ਦੇਖਦੇ ਰਹੋ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਤੁਹਾਡੇ ਦਰਸ਼ਕਾਂ ਦਾ ਬਹੁਤ ਧੰਨਵਾਦ, ਤੁਹਾਡਾ ਬਹੁਤ ਧੰਨਵਾਦ, ਅਨਮਿਊਟ ਚੈਨਲ ਦਾ ਬਹੁਤ ਧੰਨਵਾਦ। ਤੁਸੀਂ ਮੈਨੂੰ ਮਿਲੇ ਔਰ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਆਪਣਾ ਸੁਨੇਹਾ ਜਿਹੜਾ ਕਿ ਮੇਰੇ ਦਿਲ ਦੇ ਬਹੁਤ ਕਰੀਬ ਹੈ ਉਹ ਤੁਹਾਡੇ ਦਰਸ਼ਕਾਂ ਤੱਕ ਪਹੁੰਚੇ। ਸੋ ਬਾਕੀ ਦੀਆਂ ਗੱਲਾਂ ਛੱਡੋ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਸਿਹਤਮੰਦ ਰਹੋ, ਖੁਸ਼ ਰਹੋ, ਤੰਦਰੁਸਤ ਰਹੋ। ਬਹੁਤ ਪਿਆਰ, ਬਹੁਤ ਸਤਿਕਾਰ। ਬਹੁਤ ਧੰਨਵਾਦ, ਸ਼ੁਕਰੀਆ।